ਤੋਂ ਭਾਵ ਵੀ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਇਮੀਗ੍ਰੇਸ਼ਨ ਅਸਿਸਟੈਂਸ ਦੇ ਲਈ ਗੁਰਸ਼ਰਨ ਸਿੰਘ ਸੇਖੋਂ 5102009988 ਤੇ ਕਾਲ ਕਰ ਸਕਦੇ ਹੋ। ਭਾਵੇਂ ਇੰਡੀਅਨ ਪਾਸਪੋਰਟ ਲੈਣਾ ਹੋਵੇ, ਸਿਟੀਜ਼ਨਸ਼ਿਪ ਹੋਵੇ, ਵਰਕ ਪਰਮਿਟ ਹੋਵੇ ਤਾਂ ਸੇਖੋਂ ਇਮੀਗ੍ਰੇਸ਼ਨ ਸਰਵਿਸਿਜ਼ ਰਜਿਸਟਰਡ ਤੇ ਬਾਉਂਡਡ ਨੇ। ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਡਾਕਟਰ ਸ਼ਿੰਦਰ ਕੌਰ ਹੋਰੀ ਜੁੜ ਗਏ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਵੀ ਨਿੱਘੀ ਫਤਿਹ। ਭੈਣ ਜੀ ਇੱਕ ਬੜੀ ਹੈਰਾਨੀ ਹੈ, ਵਿਪਤਾ ਕਹਿੰਦੇ ਇਨਸਾਨੀਅਤ ਤੇ ਜ਼ਿੰਦਗੀ ਜੀਵਨ ਦੇ ਉੱਤੇ ਬਹੁਤ ਪਈ ਹੋਈ ਹੈ। ਕਹਿੰਦੇ ਭੰਡਾ ਭੰਡਾਰੀਆ ਕਿੰਨਾ ਕਪਾਰ, ਕਹਿੰਦਾ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਕਹਿਣ ਤੋਂ ਭਾਵ ਵੀ ਇੱਕ ਬਿਮਾਰੀ ਤੋਂ ਥੋੜ੍ਹੀ ਜਿਹੀ ਠੰਡ ਪੈਂਦੀ ਹੈ ਦੂਜੀ ਖੜੀ ਹੋ ਜਾਂਦੀ ਆ। ਇੱਕ ਫੰਗਸ ਉੱਲੀ ਪੰਜਾਬੀ 'ਚ ਕਹਿ ਦਿੰਦੇ ਆ। ਉੱਲੀ ਤਾਂ ਸੁਣਦੇ ਸੀ ਆ ਅੰਬ ਦੇ ਅਚਾਰ ਨੂੰ ਪੈ ਗਈ, ਹੋਰ ਨੂੰ ਪੈ ਗਈ, ਪਰ ਆ ਜਿਹੜੀ ਆ ਉੱਲੀ ਹੈ ਹੁਣ ਇਨਸਾਨਾਂ ਨੂੰ ਪੈਣ ਲੱਗ ਪਈ ਹੈ। ਪਤਾ ਨਹੀਂ ਕਿਹੜੇ ਕਿਹੜੇ ਰੰਗ ਦੀ ਹੈ, ਕੀ ਚੀਜ਼ ਹੈ ਜੀ ਅਸਲ ਦੇ ਵਿੱਚ? ਦਰਅਸਲ ਭਾਜੀ ਇਹਦੀਆਂ ਹੁਣ ਇੰਨੀਆਂ ਕੁ ਥਿਊਰੀਜ਼ ਹੈ। ਮੈਂ ਤਾਂ ਇੱਕ ਡਾਕਟਰ ਹੁੰਦਿਆਂ ਹੋਇਆਂ ਆਪ ਅੱਜ ਐਡਮਿਟ ਕਰ ਰਹੀ ਹਾਂ ਵੀ ਜਿੰਨੀਆਂ ਕੁ ਪਹਿਲਾਂ ਥਿਊਰੀਆਂ ਅਸੀਂ ਕਰੋਨਾ ਲਈ ਬਣਾਈਆਂ ਉਹਨਾਂ 'ਚੋਂ ਬਹੁਤ ਜ਼ਿਆਦਾ ਫੇਕ ਨਿਕਲੀਆਂ, ਜਿਨ੍ਹਾਂ ਵਿੱਚੋਂ ਹੁਣ ਜੋ ਡਾਕਟਰ ਫਾਕੀ ਜੋ ਸੀ ਜਿਨ੍ਹਾਂ ਨੇ ਮੇਨ ਸਾਰਾ ਕੁਛ ਕੀਤਾ, ਹੁਣ ਮੁੜ ਘਿੜ ਕੇ ਜੋ ਅਖੀਰੀ ਸਾਡੇ ਕੋਲ ਇਸ ਵੇਲੇ ਜੋ ਲੇਟੈਸਟ ਹੁਣ ਪਹੁੰਚਿਆ ਸਾਡੇ ਕੋਲ, ਜੋ ਉਹਨਾਂ ਨੂੰ ਸੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੀ ਤਨਖਾਹ ਬੰਦ ਕੀਤੀ ਗਈ ਹੈ। ਤੇ ਪੁਰਾਣੀਆਂ ਜੋ ਨਿਕਲ ਆਈਆਂ ਨੇ ਉਹਨਾਂ ਦੀਆਂ ਸਟੇਟਮੈਂਟਸ ਕਿ ਜਿੱਥੇ ਚਾਈਨਾ ਤੋਂ ਹੋ ਰਹੀ ਹੈ ਵਾਇਰਸ ਦਾ ਹੱਲਾ, ਜਿਸ ਬਾਰੇ ਉਦੋਂ ਗੱਲ ਕੀਤੀ ਗਈ ਸੀ 2006 ਸਨ ਦੇ ਵਿੱਚ ਕਿ ਇੱਕ ਵਾਇਰਸ ਦਾ ਹੱਲਾ ਇੱਥੋਂ ਕਰਕੇ ਤੇ ਇੱਕ ਬੜੀ ਤਗੜੀ ਵਾਰ ਜਿੱਤੀ ਜਾ ਸਕਦੀ ਹੈ, ਉਹ ਵੀ ਜ਼ਿਕਰ ਨਿਕਲਿਆ। ਫਿਰ ਇੱਕ ਹੋਰ ਜੋ ਕੱਲ ਸਾਡੇ ਮੈਡੀਕਲ ਜਰਨਲ ਦੇ ਰਾਹੀਂ ਪਹੁੰਚੀ ਹੈ ਗੱਲ, ਉਹ ਵੀ ਬੜੀ ਅਜੀਬ ਜਿਹੀ ਸਾਹਮਣੇ ਆ ਰਹੀ ਹੈ ਕਿ ਐਕਚੁਅਲੀ ਇਹਦੀ ਲੈਬੋਰੇਟਰੀਜ਼ ਦੀ ਗ੍ਰੇਡਿੰਗ ਹੁੰਦੀ ਜਾਏਗੀ, ਗ੍ਰੇਡ 2, ਗ੍ਰੇਡ 3, ਗ੍ਰੇਡ 4, ਜਿਹਦੇ ਵਿੱਚ ਬਹੁਤ ਸਖਤ ਯਾਨੀ ਕਿਸੇ ਨੇ ਜਿਹਨੇ ਵੜਨਾ ਸਾਇੰਟਿਸਟ ਨੇ ਉਹਨੂੰ ਬਹੁਤ 2-3 ਲੇਅਰਸ ਦੇ ਵਿੱਚੋਂ ਦੀ ਜਾਣਾ ਪੈਂਦਾ, ਸੋ ਦੈਟ ਕਿ ਟੋਟਲ ਲੈਮੀਨਾਰ ਫਲੋ ਵੀ ਹੁੰਦਾ ਤਾਂ ਕਿ ਵਾਇਰਸ ਦੇ ਨਿਕਲਣ ਦਾ ਕਿਸੇ ਵੀ ਪਾਸਿਓਂ ਕੋਈ ਰਾਹ ਨਾ ਰਹੇ। ਉਸ ਦੀ ਥਾਂ ਤੇ ਕਿ ਇੰਨੀਆਂ ਸਖਤ ਉਦੋਂ ਇੰਸਟਰਕਸ਼ਨਸ ਦੀ ਥਾਂ ਤੇ ਵੀ ਉਹਨੇ ਪਰਹੇਜ਼ ਨਾ ਕਰਨੇ ਪਾਉਣ, ਲੈਵਲ 2 ਦੇ ਵਿੱਚ ਹੀ ਇਸ ਵਾਇਰਸ ਦਾ ਕੰਮ ਚੱਲ ਰਿਹਾ ਸੀ। ਸੋ ਇਹ ਚੀਜ਼ਾਂ ਜੋ ਸਾਡੇ ਕੋਲ ਸਾਹਮਣੇ ਆਈਆਂ, ਜਿਸ ਲਈ ਫਿਰ ਜੋ ਇਲਾਜ ਲਿਖਵਾਏ ਗਏ ਪਹਿਲਾਂ ਉਹ ਦਵਾਈਆਂ ਉਹ ਸਨ ਜਿਹੜੀਆਂ ਹੋਰ ਕਈ ਬਿਮਾਰੀਆਂ ਜਿਵੇਂ ਪਹਿਲਾਂ ਦੀਆਂ ਜੋ ਮਹਾਂਮਾਰੀਆਂ ਵਿੱਚ ਵਰਤੀਆਂ ਗਈਆਂ ਸੀ, ਜੋ ਕਿ ਹੁਣ ਕਿਉਂਕਿ ਉਹ ਮਹਾਂਮਾਰੀ ਨਹੀਂ ਸੀ ਉਹ ਦਵਾਈਆਂ ਵਾਲੇ ਨਹੀਂ ਸੀ ਵੇਚ ਸਕ ਰਹੇ, ਸੋ ਉਸੇ ਤਹਿਤ ਕੁਛ ਜੀ ਆਵਾਜ਼ ਮੈਨੂੰ ਲੱਗਦਾ ਰੈਮਡੈਸਿਵਿਰ ਵਰਗੀਆਂ ਦਵਾਈਆਂ ਵੀ ਲਵਾਈਆਂ ਗਈਆਂ ਤੇ ਫਿਰ ਉਹ ਹੁਣ ਸਾਬਤ ਹੋ ਗਿਆ ਕਿ ਰੈਮਡੈਸਿਵਿਰ ਬਿਲਕੁਲ ਬੇਅਸਰ ਹੈ, ਕੋਈ ਅਸਰ ਨਹੀਂ ਕਰ ਰਹੀ। ਲੋਕਾਂ ਨੇ ਘਰ-ਬਾਰ ਵੇਚ ਦਿੱਤੇ, ਮਰ ਮੁੱਕ ਗਏ, ਲੋਕਾਂ ਨੇ ਕਰੋੜਾਪਤੀ ਵੀ ਬਣ ਗਏ ਜੀ ਨਕਲੀ ਬਣਾ ਕੇ ਜੀ। ਪਰ ਹੁਣ ਉਹ ਦੇਖੋ ਉਹ ਬੇਅਸਰ ਹੋਈ। ਫਿਰ ਪਹਿਲਾਂ ਕਿਹਾ ਗਿਆ ਕਿ ਵੈਂਟੀਲੇਟਰ ਨਾਲ ਹੀ ਬਚ ਸਕਦੇ ਹੋ। ਕਮਾਲ ਇਹ ਹੈ ਕਿ ਉਹ ਉਦੋਂ ਪਤਾ ਹੀ ਨਹੀਂ ਸੀ ਇਹ ਚੀਜ਼ ਕੀ ਹੈ, ਸੋ ਵੈਂਟੀਲੇਟਰ ਬਾਅਦ ਵਿੱਚ ਸਮਝ ਆਈ ਕਿ ਸਗੋਂ ਨਹੀਂ ਪਾਉਣਾ, ਕਿਉਂਕਿ ਇਹਦੇ ਵਿੱਚ ਜਿਹੜੇ ਐਕਚੁਅਲੀ ਝੱਪੇ ਜੰਮ ਜਾਂਦੇ ਨੇ ਉਹ ਕਿ ਜੋ ਕਿ ਆਕਸੀਜਨ ਦੀ ਆਦਾਨ ਪ੍ਰਦਾਨ ਨਹੀਂ ਹੋਣ ਦਿੰਦੇ, ਸੋ ਉਹ ਬਿਲਕੁਲ ਵੱਖ ਸੀ ਪੈਥੋਲੋਜੀ ਜੋ ਸਾਹਮਣੇ ਆਈ। ਇਸੇ ਤਰ੍ਹਾਂ ਹਾਈਡਰੋਕਸੀ ਕਲੋਰੋਕੁਇਨ ਦੀ ਗੱਲ ਕੀਤੀ ਗਈ, ਆਈਵਰਮੈਕਟੋਲ ਦੀ, ਯਾਨੀ ਕੋਈ ਦਵਾਈਆਂ ਦਾ ਹਿਸਾਬ ਕਿਤਾਬ ਹੀ ਨਹੀਂ। ਟੋਸੀ ਤਾਂ ਉਹ ਯਾਨੀ ਬੇੜਾ ਗਰਕ ਕਰ ਦਿੱਤਾ ਸਾਰਾ ਕੁਛ ਕਰ ਕਰਾ ਕੇ। ਹਾਲਾਤ ਇਹ ਸੀ ਕਿ ਵਿਟਾਮਿਨ ਸੀ ਤੇ ਜ਼ਿੰਕ ਰਾਹੀਂ ਲੋਕ ਪਾਗਲ ਕਰ ਦਿੱਤੇ। ਸ਼ਾਇਦ ਤੁਹਾਨੂੰ ਅੰਦਾਜ਼ਾ ਨਾ ਹੋਵੇ ਜੇ ਮੈਂ ਦੱਸਾਂ, 1800 ਕਰੋੜ ਦਾ ਸਿਰਫ ਹਿੰਦੁਸਤਾਨ ਵਿੱਚ ਹੀ ਅਸੀਂ ਜ਼ਿੰਕ ਤੇ ਵਿਟਾਮਿਨ ਸੀ ਖਾ ਗਏ ਹਾਂ। ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਕਿੰਨਿਆਂ ਦੇ ਅਸੀਂ ਘਰ ਬਣਾਏ, ਕਿੰਨਿਆਂ ਦੇ ਅਸੀਂ ਕਾਰੋਬਾਰ ਖੜੇ ਕਰ ਦਿੱਤੇ, ਕਿੰਨੇ ਅਸੀਂ ਨਵੇਂ ਟੌਪ ਦੁਨੀਆ ਭਰ ਦੇ ਅਮੀਰ ਤਿਆਰ ਕੀਤੇ। ਤੇ ਹੁਣ ਪਤਾ ਲੱਗ ਚੁੱਕਿਆ ਕਿ ਜ਼ਿੰਕ ਹੀ ਸ਼ਾਇਦ, ਜੋ ਹੁਣ ਵੀ ਇਹ ਸ਼ਬਦ ਸ਼ਾਇਦ ਹੈ, ਕਿ ਸ਼ਾਇਦ ਜ਼ਿੰਕ ਹੀ ਹੈ ਜਿਹੜਾ ਫੰਗਸ ਨੂੰ ਸਗੋਂ ਇੱਕ ਖੁਰਾਕ ਦੀ ਤੌਰ ਤੇ ਮਿਲ ਰਿਹਾ ਤੇ ਉਹ ਸਗੋਂ ਇਹਦੇ ਤੇ ਪਨਪ ਜਾਂਦੀ ਹੈ ਕਿ ਚਲੋ ਮਿਲ ਗਿਆ ਕੁਛ ਨਾ ਕੁਛ। ਤੇ ਇਸੇ ਤਰ੍ਹਾਂ ਹੀ
ਜੋ ਕਹਿੰਦੇ ਸੀ ਕਿ ਜ਼ਿੰਕ ਉਹਨੂੰ ਹਟਾ ਰਿਹਾ, ਹੁਣ ਕਹਿੰਦੇ ਨੇ ਕਿ ਉਹੀ ਵਾਇਰਸ ਲਈ ਵੀ ਖੁਰਾਕ ਹੈ। ਰੱਬ ਹੀ ਜਾਣਦਾ ਕਿ ਕੀ ਕਰ ਰਹੇ ਨੇ ਉੱਪਰ ਬੈਠੇ, ਅਸੀਂ ਸਾਰੇ ਤਾਂ ਸਿਰਫ ਪੜ੍ਹ ਕੇ ਦੇਖਣ ਨੂੰ। ਪਰ ਮੁੜ ਘਿੜ ਕੇ ਭਾਜੀ ਚੇਤਾ ਹੋਏਗਾ, ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਤੁਹਾਡੇ ਹੀ ਇੱਥੇ ਕੀਤਾ ਸੀ, ਜੇ ਯਾਦ ਹੋਵੇ, ਸਾਲ ਕੁ ਪਹਿਲਾਂ ਦੀ ਗੱਲ ਹੈ, ਜਦੋਂ ਪਿਛਲੇ ਸਾਲ ਕੀਤਾ ਸੀ ਜੀ, ਜਦੋਂ ਦੌਰ ਚੱਲਿਆ, ਇਹ ਵੀ ਕਿਹਾ ਸੀ ਕਿ ਨੈਚੁਰਲ ਇਮਿਊਨਿਟੀ ਤੁਹਾਡੀ ਬਹੁਤ ਹੈ, ਤੁਸੀਂ ਇਹ ਫਾਲਤੂ ਚੀਜ਼ਾਂ ਨਾ ਲਓ, ਤੇ ਇਹ ਜਿਹੜੇ ਮਿੱਟੀ 'ਚ ਮਿੱਟੀ ਹੋਏ ਰਹਿੰਦੇ ਨੇ ਉਹਨਾਂ ਨੂੰ ਇਹ ਘੱਟ ਹੁੰਦੀ। ਜੇ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਸਾਹਮਣੇ ਉਹੀ ਚੀਜ਼ ਅੱਜ ਹੈ ਜਾਂ ਨਹੀਂ। ਜੀ ਜੀ, ਕਿਸਾਨ ਵੀਰ ਸਾਡੇ ਮਿੱਟੀ 'ਚ ਮਿੱਟੀ ਹੋਏ ਵੇਖੋ ਕਿੱਥੇ ਬੈਠੇ ਨੇ, ਤੇ ਕਿੰਨੇ ਕੁ ਤੁਸੀਂ ਲੱਭ ਲਵੋ ਕੇਸ ਹੋਏ। ਫਿਰ ਦੂਸਰੇ ਪਾਸੇ ਜਿਹੜੇ ਸੋ ਕਾਲਡ ਰੱਜੇ ਪੁੱਜੇ ਅਸਰ ਰਸੂਖ ਵਾਲਿਆਂ ਚੋਂ ਕਿੰਨੇ ਕੁ ਬਚੇ, ਤੁਹਾਡੇ ਸਾਹਮਣੇ ਹੀ ਹੈ। ਬਿਲਕੁਲ। ਇਹੀ ਕਾਰਨ ਅੱਜ ਵੀ ਹੁਣ ਵੀ ਉਹੀ ਮੁੜ ਘਿੜ ਕੇ ਉੱਥੇ ਹੀ ਆ ਰਹੀ ਹੈ। ਇੰਨੇ ਖਰਬਾਂ ਅਸੀਂ ਖਰਚ ਲਏ, ਸੈਨੇਟਾਈਜ਼ਰ ਨਾ ਵਰਤੋ। ਦੇਖੋ ਮੈਂ ਤੁਹਾਨੂੰ ਕੱਲ ਦੀ ਲੇਟੈਸਟ ਗੱਲ ਕਰ ਰਹੀ ਹਾਂ ਕਿ ਜਿੰਨੇ ਵੱਧ ਸੈਨੇਟਾਈਜ਼ਰ ਵਰਤ ਰਹੇ ਆ ਉਹ ਨੁਕਸਾਨਦੇਹ ਨੇ ਜੀ। ਜਿੰਨੀ ਵੱਧ ਸਟੀਮ ਲੈ ਰਹੇ ਆ, ਸਟੀਮ ਨਾਲ ਕੀ ਹੋ ਰਿਹਾ ਜੇ ਕਿ ਤੁਹਾਡੀ ਨਾਰਮਲ ਜੋ ਅੰਦਰਲੀ ਪਰਤ ਹੁੰਦੀ ਹੈ ਨੱਕ ਵਿੱਚ, ਉਹ ਡਿਸਟਰੋਏ ਹੋ ਰਹੀ ਹੈ। ਹਾਂਜੀ, ਨੈਚੁਰਲ ਹੇਅਰ ਨੇ, ਫਾਈਨ ਜੋ ਵਾਲ ਤੁਹਾਡੇ ਰੋਕਦੇ ਨੇ ਇਨਫੈਕਸ਼ਨਸ ਨੂੰ, ਜੋ ਨੈਚੁਰਲ ਮਿਊਕਸ ਉੱਥੇ ਹੈ ਜਿਹਨੇ ਸਾਰੀ ਇਹ ਫੜ ਕੇ ਤੇ ਬਾਹਰ ਕੱਢ ਦੇਣੀਆਂ ਹੁੰਦੀਆਂ, ਅਸੀਂ ਉਹ ਖਤਮ ਕਰ ਦਿੱਤਾ। ਸੋ ਇਹ ਫੰਗਸ ਲਈ ਵੀ ਤੇ ਵਾਇਰਸ ਲਈ ਵੀ ਬਹੁਤ ਸੋਹਣੀ ਅਸੀਂ ਥਾਂ ਬਣਾ ਦਿੰਦੇ ਹਾਂ। ਆਓ ਜੀ ਲੰਘੋ ਤੇ ਸਿੱਧਾ ਤੁਸੀਂ ਸਾਡੇ ਤੇ ਅਟੈਕ ਕਰੋ ਜੀ। ਬਿਲਕੁਲ ਇਸੇ ਤਰ੍ਹਾਂ ਬੇਲੋੜੀ ਆਕਸੀਜਨ, ਜਿਹਦੇ ਵਿੱਚ ਅਸੀਂ ਸਿਲੰਡਰ ਇਹ ਵੀ ਨਹੀਂ ਚੈੱਕ ਕਰ ਰਹੇ ਕਿ ਇਹ ਮੈਡੀਕਲ ਆਕਸੀਜਨ ਹੈ ਜਾਂ ਇੰਡਸਟਰੀਅਲ ਆਕਸੀਜਨ ਹੈ। ਸੋ ਉਹਨਾਂ ਹੀ ਜਿਹੜੇ ਸਿਲੰਡਰਾਂ ਨੂੰ 25-25 ਸਾਲਾਂ ਤੋਂ ਕਦੇ ਖੋਲਿਆ ਨਹੀਂ ਗਿਆ, ਉਹੀ ਵਰਤੀ ਜਾ ਰਹੇ ਬਿਨਾਂ ਫਿਲਟਰ ਕੀਤੇ। ਉਸੇ ਤਰ੍ਹਾਂ ਕਿਉਂਕਿ ਕਬਾੜ ਕੀਤੇ ਵੀ ਕੰਮ ਆ ਗਏ ਕਈਆਂ ਦੇ ਤਾਂ ਜੀ, ਨੈਗੇਟਿਵ ਸਕਸ਼ਨ ਨਾਲ ਕਲੀਨਿੰਗ ਹੁੰਦੀ ਹੈ ਮੈਡੀਕਲ ਆਕਸੀਜਨ ਦੀ, ਜੋ ਕਿ ਇਹਨਾਂ ਵਿੱਚ ਨਹੀਂ ਹੈ। ਸੋ ਉਹ ਅਸੀਂ ਸਾਰਿਆਂ ਦੇ ਸਾਰੇ ਸਿਲੰਡਰ ਚੁੱਕ ਕੇ ਧੜਾ ਧੜ ਉਹੀ ਮਾਸਕ, ਉਹੀ ਪਾਈਪ ਜਿਹਨੂੰ ਕਿ ਡੇਲੀ ਕਲੀਨ ਕਰਨਾ ਹੁੰਦਾ, ਹੋ ਨਹੀਂ ਰਹੀ। ਸੋ ਇਹ ਸਾਰੀਆਂ ਚੀਜ਼ਾਂ ਫੰਗਸ ਦਾ ਇੱਕ ਕਾਰਨ ਬਣਦੀਆਂ ਜਾ ਰਹੀਆਂ ਨੇ। ਤੋਂ ਵੀ ਬੜਾ ਕਮਾਲ ਦਾ, ਵੈਸੇ ਕਈ ਸਾਡੇ ਏਮਸ ਦੇ ਡਾਇਰੈਕਟਰ ਨੇ ਇੰਨੀ ਖੂਬਸੂਰਤ ਗੱਲ ਕਹੀ ਕਿ ਜਿੰਨੀ ਕੁ ਸਟੀਮ ਸਾਡੇ ਭਾਰਤੀ ਲੈ ਚੁੱਕੇ ਨੇ ਨਾ, ਸਟੀਮ ਇੰਜਨ ਖਿੱਚ ਸਕਦਾ ਉਹਨਾਂ ਕੁ ਇਹ ਸਾਡਾ ਹਾਲ ਹੋ ਗਿਆ ਕਿ ਅਸੀਂ ਕਮਲੇ ਹੋ ਚੁੱਕੇ ਹਾਂ। ਹਲਦੀਆਂ ਨਾਲ ਕਮਲੇ ਹੋ ਗਏ, ਜ਼ਿੰਕ ਨਾਲ, ਵਿਟਾਮਿਨ ਸੀ ਸਾਡੀ ਸਾਰੀ, ਆਪਾਂ ਵੀ ਪ੍ਰੋਗਰਾਮ ਪਹਿਲੇ 'ਚ ਕਿਹਾ ਸੀ ਕਿ ਬਾਹਰ ਨਿਕਲ ਜਾਂਦੀ ਹੈ। ਰੱਬ ਦਾ ਵਾਸਤਾ ਬਸ ਕਰੋ, ਇੰਨਾ ਨਾ ਖਾਓ, ਪਰ ਅਸੀਂ ਸਮਹਾਉ ਨਹੀਂ ਮੰਨ ਰਹੇ, ਉਸੇ ਤਰ੍ਹਾਂ ਹੀ ਤੁਰੀ ਜਾਂਦੇ ਹਾਂ। ਸੋ ਅਲਟੀਮੇਟਲੀ ਜੋ ਇਹ ਲੋੜੋਂ ਵੱਧ ਅਸੀਂ ਰਿਐਕਸ਼ਨ ਕਰ ਲਿਆ, ਆਪਣੀ ਬਿਮਾਰੀ ਹੋਏ ਕਿ ਨਾ ਹੋਏ, ਪਰ ਪਾਗਲਪਨ ਦੀ ਹੱਦ ਤੱਕ ਜੋ ਅਸੀਂ ਗਏ ਹਾਂ, ਨਤੀਜਾ ਇਹ ਹੋ ਗਿਆ ਉਹ ਤਣਾਅ ਜਿਹੜਾ ਸਾਨੂੰ, ਸਟ੍ਰੈਸ ਸਾਡਾ ਜਿਹੜਾ ਇਮਿਊਨਿਟੀ ਹੋਰ ਡਾਊਨ ਕਰਦਾ ਜਾ ਰਿਹਾ। ਸੋ ਫੰਗਸ ਦੇ ਜੋ ਕਾਰਨ, ਕਿਉਂਕਿ ਦੇਖੋ ਪਿਛਲੇ ਸਾਲ ਵੀ ਇਹੀ ਕੋਵਿਡ ਸੀ, ਪਰ ਤੁਸੀਂ ਇਹ ਕੇਸ ਨਹੀਂ ਦੇਖੇ। ਦੂਜੀ ਗੱਲ, ਡਾਇਬਟੀਜ਼ ਮੇਰਾ ਖਿਆਲ ਹੈ ਸਾਡੇ ਤਾਂ ਜੇ ਆਪਾਂ ਅੰਕੜੇ ਲੱਭਣ ਲੱਗੇ ਤਾਂ 60% ਨੂੰ ਹੋਣੀ ਹੈ, ਇੰਨੀ ਜ਼ਿਆਦਾ ਕਾਮਨ ਹੋਈ ਪਈ ਹੈ। ਇਹ ਤਾਂ ਇਹਦੇ ਨਾਲ ਵੀ ਕਈਆਂ ਨੂੰ ਹੋ ਗਈ ਨਾ ਜੀ, ਕਰੋਨਾ ਨਾਲ ਵੀ ਹੋ ਗਈ, ਉਹਨਾਂ ਨਾਲ ਵੀ ਵੱਧ ਗਈ ਕਈਆਂ ਨੂੰ, ਇਹ ਵੀ ਕਹਿੰਦੇ ਜੀ। ਪਰ ਦੇਖੋ ਫੇਰ ਵੀ ਦੁਨੀਆ ਭਰ ਚ ਕਿਤੇ ਇਹ ਵਾਲੀ ਫੰਗਸ ਉਹਨਾਂ ਨੂੰ ਨਹੀਂ ਹੋਈ ਸੀ, ਡਾਇਬਟਿਕਸ ਨੂੰ ਵੀ ਜੀ। ਤੀਸਰੀ ਚੀਜ਼, ਸਟੀਰੋਇਡਸ, ਤੁਸੀਂ ਧਿਆਨ ਕਰਿਓ, ਅਸੀਂ ਇਹ RMPs ਨਾਲ ਸਾਡੀਆਂ ਮੀਟਿੰਗਸ ਕਰਾਈਆਂ ਗਈਆਂ ਸੀ ਕੁਝ ਸਾਲ ਪਹਿਲਾਂ, ਤੇ ਅਸੀਂ ਪੁੱਛਿਆ ਸੀ ਵੀ ਭਾਈ ਤੁਸੀਂ ਹਰ ਮਰੀਜ਼, ਸ਼ਬਦ ਯਾਦ ਰੱਖੋ ਕਿ ਹਰ ਮਰੀਜ਼ ਨੂੰ ਕਿਉਂ ਸਟੀਰੋਇਡਸ ਦੀ ਉਹ ਗੋਲੀ ਨਾਲ ਜਿਹੜੀ 4 ਪੈਸੇ 5 ਪੈਸੇ ਵਾਲੀ ਫੜਾ ਦਿੰਦੇ ਹੋ। ਤੇ ਉਹਨਾਂ ਦਾ ਜਵਾਬ ਸੀ ਕਿ ਸਾਨੂੰ ਜਿੱਥੋਂ ਅਸੀਂ ਸਿੱਖਦੇ ਹਾਂ 2 ਮਹੀਨੇ ਬੈਠ ਕੇ, ਉਹ ਸਿਖਾਉਂਦੇ ਨੇ ਕਿ ਇੱਕ ਤਾਂ ਦਵਾਈ ਦਾ ਰਿਐਕਸ਼ਨ ਨਹੀਂ ਹੁੰਦਾ, ਦੂਜਾ ਇਹ ਥੋੜਾ ਬਹੁਤ ਜੋ ਅੰਦਰਲੇ ਤੁਹਾਡੇ ਹਾਰਮੋਨ ਵਧੀਆ ਜੇ ਕੱਢ ਦਿੰਦਾ ਤੇ ਮਰੀਜ਼ ਕਹਿੰਦਾ ਲਓ ਵੀ ਜੀ ਠੀਕ ਹੋ ਗਿਆ, ਤੇ ਕਰਨਾ ਕਰਾਉਣਾ ਤਾਂ ਉਹਨੇ ਕੁਛ ਹੁੰਦਾ ਨਹੀਂ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਇੰਨੀ ਥੋਕ ਦੇ ਭਾਅ ਵਿੱਚ ਸਟੀਰੋਇਡਸ ਖਾਂਦੇ ਆ, ਜੋ ਕਿ ਪਿੰਡਾਂ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਰਿਹਾ ਹੋਣਾ ਜਿਹਨੇ ਨਹੀਂ ਖਾਧਾ ਇਹਨਾਂ ਨੀਮ ਹਕੀਮਾਂ ਤੋਂ। ਪਰ ਮੈਨੂੰ ਦੱਸੋ ਕਿੰਨੀ ਕੁ ਫੰਗਸ ਸੀਗੀ, ਕਦੇ ਨਹੀਂ ਨਾ ਦਿਸੀ ਜੀ ਜੀ ਜੀ। ਸੋ ਉਹੀ ਸਟੀਰੋਇਡਸ ਜੋ ਅਸੀਂ ਇੱਥੇ ਤੁੰਨੇ, ਉਹੀ ਯਾਨੀ ਜੋ ਅਸੀਂ ਡਾਇਬਟੀਜ਼ ਸੀ, ਉਹੀ ਸਭ ਕੁਛ ਸੀ, ਟ੍ਰੀਟਮੈਂਟ ਕਰਦੇ ਹਾਂ। ਤੇ ਹੁਣ ਅਲਟੀਮੇਟਲੀ ਇਹਨਾਂ ਨੇ ਘੱਟੋ ਘੱਟ 30 ਕਿੰਤੂ ਪ੍ਰੰਤੂ ਸਾਨੂੰ ਅਮਰੀਕਨ ਜੋ ਖੋਜਾਂ ਕੱਢ ਕੇ ਸਾਡੇ ਅੱਗੇ ਧਰਤੀਆਂ, ਹੋ ਸਕਦਾ ਟੋਸੀ ਕਰਕੇ ਹੋਵੇ, ਹੋ ਸਕਦਾ ਰੈਮਡੈਸਿਵਿਰ ਕਰਕੇ ਹੋਵੇ,
ਹੋ ਸਕਦਾ ਹੈ, ਯਾਨੀ ਮੈਂ ਸ਼ਬਦ ਉਹੀ ਵਰਤੂੰਗੀ ਜੋ ਲਿਖੇ ਹੋਏ ਨੇ, ਹੋ ਸਕਦਾ ਵਾਧੂ ਜ਼ਿੰਕ ਕਰਕੇ ਹੋਵੇ, ਹੋ ਸਕਦਾ ਵਾਧੂ ਸਟੀਮ ਲੈਣ ਕਾਰਨ ਉਹ ਤੁਸੀਂ ਏਰੀਆ ਸਾਰਾ ਖਰਾਬ ਕਰਤਾ ਉਸ ਸਦਕਾ ਹੋਵੇ। ਯਾਨੀ ਇੰਨੇ ਸਾਰੇ ਹੋ ਸਕਦਾ ਕਰਕੇ ਸਾਡੇ ਸਾਹਮਣੇ ਧਰ ਦਿੱਤੇ ਹੈ ਕਿ ਕਈ ਵਾਰ ਯਾਨੀ ਸੱਚੀ ਮੁੱਚੀ ਸ਼ੱਕ ਹੋਣ ਲੱਗ ਪੈਂਦਾ ਕਿ ਸਾਡੇ ਨਾਲ ਇਹ ਮਜ਼ਾਕ ਤਾਂ ਨਹੀਂ, ਇੰਨਾ ਕੁਝ ਮਜ਼ਾਕ ਕੀਤਾ ਗਿਆ ਕਿ ਜਿਸ ਰਾਹੀਂ ਸਾਨੂੰ ਡਰਾ ਕੇ ਜੋ ਹਾਲ, ਕਿਉਂਕਿ ਹੁਣ ਲੇਟੈਸਟ ਜੋ ਸਾਡੇ ਮੁਲਕ ਵਿੱਚ ਜੋ ਕਿ ਲੱਗਦਾ ਵੀ ਜੈਨੂਇਨ ਹੈ, ਸੋਚ ਕੇ ਵੇਖਿਓ, ਜਿੱਥੇ ਕਹਿੰਦੇ ਨੇ ਹੁਣ ਏਮਸ ਵਿੱਚ ਕਿ ਅਸੀਂ ਮਾਸਕ ਜੋ ਹਨ ਤੇ ਜੋ ਕਿ ਮੈਨੂੰ ਲੱਗਦਾ ਕਾਫੀ ਹੱਦ ਤੱਕ ਸਹੀ ਨਿਕਲੇਗਾ ਵੀ ਮਾਸਕ, ਕਿਉਂਕਿ ਅਸੀਂ ਵੀ ਇਹ ਸਟੱਡੀ ਐਕਚੁਅਲੀ ਇੱਥੇ ਸ਼ੁਰੂ ਕੀਤੀ ਹੈ ਕਿ ਲੋਕਾਂ ਦੇ ਜੋ ਮਾਸਕ ਪਾਏ ਹੁੰਦੇ ਨੇ ਉਹਦੇ ਅੰਦਰਲੇ ਹਿੱਸੇ ਤੋਂ ਅਸੀਂ ਸਵੈਬ ਲੈ ਕੇ ਟੈਸਟ ਕਰਵਾ ਰਹੇ ਹਾਂ ਜੀ। ਇੰਟਰਸਟਿੰਗਲੀ ਤੁਸੀਂ ਹੁਣ ਸੁਣ ਕੇ ਹੈਰਾਨ ਹੋਗੇ, ਕਈ ਤਾਂ ਇਹੋ ਜਿਹੇ ਨੇ ਜਿਹੜੇ ਮਾਸਕ ਲਾ ਕੇ ਇੱਥੇ ਇੰਜ ਰੱਖਿਆ, ਫਿਰ ਪਾ ਲਿਆ, ਫਿਰ ਪਸੀਨਾ ਵੀ ਪੂੰਝ ਲਿਆ, ਤੇ ਫਿਰ ਹਫ਼ਤਾ ਭਰ ਉਹੀ ਵਰਤੀ ਰੱਖਿਆ। ਨਤੀਜਾ ਕੀ ਹੋ ਰਿਹਾ ਜੇ, ਕਿਉਂਕਿ ਤੁਹਾਡਾ ਲਗਾਤਾਰ ਸਾਹ ਜਾਂਦਾ ਜੇ, ਸਿੱਲ ਉੱਥੇ ਅੰਦਰ ਹਿਊਮਿਡਿਟੀ ਉਹਦੇ ਅੰਦਰ ਜਮਾ ਹੋ ਜਾਂਦੀ ਹੈ। ਸੋ ਉਹੀ ਤੁਹਾਡਾ ਇੱਕ ਕਾਰਨ ਸਗੋਂ ਵਜੋਂ ਜੋ ਦੱਸਿਆ ਜਾਂਦਾ, ਜੋ ਕਿ ਮੇਰਾ ਖਿਆਲ ਹੈ ਜਿੰਨੇ ਵੀ ਸੋਚ ਸਮਝ ਸਕਣ ਯੋਗ ਹੋਣਗੇ ਉਹਨਾਂ ਨੂੰ ਦਿਸੇਗਾ ਕਿ ਵਾਕਈ ਜਦੋਂ ਤੋਂ ਅਸੀਂ ਲਗਾਤਾਰ ਮਾਸਕਾਂ ਦੇ ਅੰਦਰ ਤਾੜੇ ਗਏ ਹਾਂ ਕਿ ਕਾਰਾਂ ਦੇ ਅੰਦਰ ਵੀ ਮਾਸਕ ਪਾਓ, ਤੁਸੀਂ ਇਹ ਵੀ ਪਾਓ, ਜ਼ਰਾ ਵੀਰ ਸੋਚ ਕੇ ਵੇਖਿਓ ਕਿ ਇਹ ਗੱਲ 'ਚ ਕਿੰਨੀ ਕੁ ਤਰਕ ਦੇ ਆਧਾਰ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਮਾਸਕ ਅਸੀਂ ਧੋਤਾ ਨਹੀਂ ਜਾਂ 4-4 ਦਿਨ ਉਹੀ ਵਰਤ ਲਿਆ ਜਾਂ ਕਈ ਵਾਰ ਤਾਂ ਮਹੀਨੇ ਬੱਧੀ ਉਹੀ ਵਰਤ ਰਹੇ ਹਾਂ, ਤਾਂ ਉਹ ਮਾਸਕਾਂ ਦੇ ਅੰਦਰ ਜੋ ਨਮੀ ਦੇ ਕਾਰਨ ਇੱਥੇ ਇਹ ਕੀਟਾਣੂ ਜਾਂ ਫੰਗਸ ਜੋ ਨਿਕਲ ਰਹੀ ਹੈ, ਉਹੀ ਇੱਕ ਕਾਰਨ ਹੌਲੀ ਹੌਲੀ ਜੋ ਲੱਗ ਰਿਹਾ ਕਿ ਬਣਦਾ ਆ ਰਿਹਾ। ਯਾਨੀ ਇੱਕ ਸਿਲੰਡਰ ਦਾ ਜਿਨ੍ਹਾਂ ਦੇ ਵਿੱਚੋਂ ਲੱਭੇ ਜਾ ਚੁੱਕੇ ਨੇ ਇਹਦੇ ਅੰਸ਼ ਫੰਗਸ ਦੇ, ਬਿਲਕੁਲ ਇਸੇ ਤਰ੍ਹਾਂ ਮਾਸਕ ਦੇ ਅੰਦਰ ਜਾਂ ਪਾਈਪਾਂ ਜਿਹੜੀਆਂ ਯੂਜ਼ ਕੀਤੀਆਂ ਗਈਆਂ ਜੋ ਅਨਕਲੀਨ ਸੀਗੀਆਂ, ਉਹਨਾਂ ਰਾਹੀਂ ਇਹ ਜ਼ਰੀਆ ਇੱਕ ਬਣਿਆ, ਕਿਉਂਕਿ ਇਹ ਬਹੁਤਾ ਉੱਥੇ ਹੀ ਨੱਕ ਅੱਖ ਤੇ ਉਸੇ ਹੀ ਥਾਂ ਤੇ ਭਰ ਰਿਹਾ ਜਿਸ ਥਾਂ ਤੇ ਉਹ ਲੰਘਣੀ ਸੀ ਆਕਸੀਜਨ ਤੇ ਮਾਸਕ। ਇਸੇ ਤਰ੍ਹਾਂ ਉਹਨਾਂ ICUs ਦੇ ਵਿੱਚ ਜਿੱਥੇ ਸਫਾਈ ਨਹੀਂ ਸੀ, ਜਿਨ੍ਹਾਂ ਰਾਹੀਂ ਇਹ ਸਾਰਾ ਦਿੱਤਾ ਗਿਆ, ਉਹ ਜਦੋਂ ਡਿਸਚਾਰਜ ਹੋਏ ਉਸ ਤੋਂ ਬਾਅਦ ਫਿਰ ਇਸ ਨਾਲ ਵਾਪਸ ਆਏ ਇਸ ਬਿਮਾਰੀ ਨਾਲ, ਯਾਨੀ ਉਹ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਫਿਰ ਉਹੀ ਜੋ ਮਾਸਕ ਵਰਤਣ ਵਾਲੇ ਜੋ ਬਜ਼ੁਰਗ ਸਨ, ਡਾਇਬੈਟਿਕ ਸਨ, ਜਿਨ੍ਹਾਂ ਨੂੰ ਸਟੀਰੋਇਡਸ ਵੀ ਦਿੱਤੇ ਗਏ, ਪਰ ਮਾਸਕ ਲਾ ਕੇ ਜੋ ਉਹੀ ਸਿੱਲ ਉਹੀ ਵਾਪਸ ਜੋ ਸਾਰਾ ਕੁਝ ਹੁਣ ਉਹਨਾਂ ਦੇ ਸਾਹਮਣੇ ਆ ਰਿਹਾ। ਸੋ ਲੱਗਦਾ ਵਾਕਈ ਤਰਕ ਦੇ ਆਧਾਰ ਉੱਤੇ ਇਹੀ ਸਹੀ ਜਾਪਦਾ ਹੈ ਕਿ ਜੋ ਪਹਿਲਾਂ ਇਹ ਸਟੀਰੋਇਡਸ ਨਹੀਂ ਖਰਾਬ ਕਰ ਸਕੇ, ਪਹਿਲਾਂ ਡਾਇਬਟੀਜ਼ ਨਹੀਂ ਖਰਾਬ ਕਰ ਸਕੀ, ਪਿਛਲੀ ਵਾਰ ਦਾ ਕਰੋਨਾ ਵੀ ਇੰਨਾ ਮਾਰੂ ਨਹੀਂ ਸੀ ਜੀ, ਦਾ ਮਤਲਬ ਸਪਸ਼ਟ ਹੈ ਕਿ ਜੋ ਚੀਜ਼ਾਂ ਐਦਕੀ ਕੀਤੀਆਂ ਗਈਆਂ ਫਾਲਤੂ, ਜਿਨ੍ਹਾਂ ਵਿੱਚ ਹੁਣ ਕੁਝ ਲੈਬੋਰੇਟਰੀਜ਼ ਇਹ ਵੀ ਸਾਬਤ ਕਰੀ ਜਾ ਰਹੀਆਂ ਨੇ ਕਿ ਵਾਧੂ ਜ਼ਿੰਕ ਖੁਰਾਕ ਹੈ, ਤੇ ਉਹ ਸਹੀ ਹੈ ਕਿਉਂਕਿ ਤੁਸੀਂ ਮਿਊਕਰ ਨੂੰ ਜਦੋਂ ਗਰੋ ਕਰਦੇ ਹੋ ਲੈਬੋਰੇਟਰੀਆਂ ਦੇ ਵਿੱਚ ਤਾਂ ਜ਼ਿੰਕ ਉਹਦੇ ਵਿੱਚ ਪਾਇਆ ਜਾਂਦਾ ਜਿਸ ਤੇ ਬਹੁਤ ਸੋਹਣਾ ਉਹ ਉੱਗਦੀ ਹੈ। ਤੇ ਕਾਰਨ ਹੁਣ ਤੁਹਾਡੇ ਸਾਹਮਣੇ ਨੇ ਕਿ ਕੀ ਅਲਟੀਮੇਟਲੀ ਕਾਰਨ ਲੱਭੇ ਕਿ ਅਸੀਂ ਸੜਕਾਂ ਤੇ ਆਕਸੀਜਨ ਲਵਾਈਆਂ ਜਿਨ੍ਹਾਂ 'ਚ ਮੈਡੀਕਲ ਆਕਸੀਜਨ ਨਹੀਂ ਸੀ, ਉਹ ਗੰਦਗੀ ਗਈ। ਫਿਰ ਕੁਝ ਸਾਡੇ ਆਪਣੇ ਮਾਸਕ ਜੋ ਇਹਦਾ ਕਾਰਨ ਬਣ ਗਏ, ਲੋੜੋਂ ਵੱਧ ਅਸੀਂ ਸਟੀਮ ਦੇ ਕੇ ਸਟੀਮ ਇੰਜਨ ਬਣ ਗਏ ਜੋ ਫਿਰ ਜ਼ਿੰਕ। ਸੋ ਇਹ ਕਾਰਨ ਜੋ ਅਲਟੀਮੇਟਲੀ ਜ਼ੀਰੋ ਇਨ ਹੋ ਰਹੇ ਨੇ। ਕੱਲ ਨੂੰ ਹੋਰ ਕੋਈ ਖੋਜ ਨਿਕਲਦੀ ਹੈ ਕਿਉਂਕਿ ਇਹ ਮੈਡੀਕਲ ਸਾਇੰਸ ਹੈ ਤਾਂ ਮੈਂ ਉਹਦੇ ਬਾਰੇ ਅੱਜ ਬਿਲਕੁਲ ਕੋਈ ਦਾਅਵਾ ਨਹੀਂ ਕਰ ਸਕਦੀ ਕੁਝ ਹੋਰ ਨਿਕਲ ਆਵੇ, ਪਰ ਹੁਣ ਤੱਕ ਦੇ ਸਾਰਾ ਜੋ ਤਾਣਾ ਪੇਟਾ ਉਲਝਿਆ ਸੀ ਉਹਦੇ ਵਿੱਚੋਂ ਜੋ ਅਲਟੀਮੇਟ ਗੱਲ ਨਿਕਲੀ ਹੈ, ਜਿੰਨੀ ਕੁ ਸਮਝ ਆ ਸਕੀ ਮੈਂ ਸੌਖੇ ਤਰੀਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹੀ ਕਾਰਨ ਨਿਕਲ ਰਹੇ ਨੇ। ਸੋ ਰੱਬ ਦਾ ਵਾਸਤਾ ਜੇ ਕਾਨੂੰਨ ਜੋ ਵੀ ਕਹਿੰਦਾ ਮੈਂ ਉਹਦੇ ਉਲਟ ਬੋਲ ਨਹੀਂ ਸਕਦੀ, ਪਰ ਮੇਰੇ ਹਿਸਾਬ ਨਾਲ ਜਾਂ ਆਪੋ ਆਪਣੀ ਆਪਾਂ ਸੋਚ ਨਾਲ ਦੇਖੀਏ ਕਿ ਜੇ ਅਸੀਂ ਇਕੱਲੇ ਹੀ ਆਕਾਰ ਦੇ ਵਿੱਚ ਤਾਂ ਕਿਉਂ ਆਖਰ ਕਿਉਂ ਕਿਸ ਤੋਂ ਆਪਾਂ ਯਾਨੀ ਤਾਂ ਅਸੀਂ ਦੇ ਰਹੇ ਹਾਂ ਕਿਸੇ ਨੂੰ ਨਾ ਲੈ ਰਹੇ ਹਾਂ, ਤਾਂ ਫਿਰ ਸਾਡੇ ਪੁਲਿਸ ਵਾਲੇ ਉਦੋਂ ਜਦੋਂ ਚਲਾਨ ਕੱਟ ਰਹੇ ਨੇ ਕਿ ਉਹ ਵੀ ਵਿਚਾਰੇ ਡਿਊਟੀ ਦੇ ਬੰਨੇ, ਪਰ ਗੱਲ ਇਹ ਕਾਨੂੰਨ ਬਣਾਉਣ ਵਾਲੇ ਉਗਰਾਹੀ ਹੋ ਰਹੀ ਹੈ। ਉਹ ਤਾਂ ਮੈਂ ਤਾਂ ਉਗਰਾਹੀ ਕਹਿੰਦਾ, ਉਹ ਤਾਂ ਉਗਰਾਹੀ ਹੋ ਰਹੀ ਹੈ, ਬਸ ਬਿਲਕੁਲ ਉਗਰਾਹੀ ਹੋ ਰਹੀ ਹੈ। ਪਰ ਇਹ ਕਾਨੂੰਨ ਬਣਾਉਣ ਵਾਲੇ ਹਨ ਕੌਣ? ਇੰਨੇ ਤਾਂ ਮੂਰਖ ਨਹੀਂ ਅਸੀਂ ਹੋ ਸਕਦੇ, ਇੰਨੀ ਕੁ ਤਾਂ ਅਕਲ ਆਪ ਹੀ ਵਰਤ ਸਕਦੇ ਹਾਂ ਕਿ ਆਪਣੀ ਹੀ ਕਾਰ ਵਿੱਚ ਇਕੱਲੇ ਹੀ ਬੈਠੇ ਹਾਂ ਤੇ ਮਾਸਕ ਕਿਉਂ ਬਈ, ਕਿਸ ਲਈ, ਕਿਉਂ ਅਸੀਂ ਉਹਨੂੰ ਬਿਮਾਰੀ ਨੂੰ ਸੱਦਾ ਦੇ ਰਹੇ ਹਾਂ? ਇਹ ਤੁਹਾਡੇ ਰਾਹੀਂ ਸਿਰਫ ਆਵਾਜ਼ ਚੁੱਕੀ ਜਾ ਸਕਦੀ ਹੈ ਜਾਂ
ਜਿਹੜੇ ਲੋਕ ਸੁਣ ਰਹੇ ਨੇ ਉਹ ਜੇ ਜਾਗਣ ਤਾਂ ਐਟਲੀਸਟ ਇਹ ਕੁਐਸਚਨ ਕਰ ਸਕਦੇ ਨੇ ਵੀ ਕਿਉਂ, ਆਖਰ ਕਿਉਂ, ਕੀ ਤਰਕ ਦਿੰਦੇ ਹੋ। ਹੁਣ ਮੈਨੂੰ ਦੱਸੋ, ਤੁਸੀਂ ਜਾ ਰਹੇ ਹੋ, ਤੁਹਾਡੀ ਵਾਈਫ ਜਾ ਰਹੀ ਹੈ, ਸਾਰਾ ਦਿਨ ਤੁਸੀਂ ਘਰ ਇਕੱਠੇ ਹੋ, ਤਾਂ ਕਾਰ ਦੇ ਵਿੱਚ ਵੀ ਤੁਸੀਂ ਬੰਦ ਕਾਰ ਵਿੱਚ ਦੋਨੋਂ ਇਕੱਠੇ ਹੋ, ਤਾਂ ਭਾਈ ਤੁਸੀਂ ਦੋਨਾਂ ਨੇ ਮਾਸਕ ਕਿਉਂ ਲਾਣੇ ਨੇ? ਜੀ ਜੀ। ਯਾਨੀ ਉਦੋਂ ਤਾਂ ਤੁਸੀਂ ਆਪਣੇ ਸਾਹ ਖੁੱਲੇ ਲੈ ਸਕਦੇ ਹੋ ਕਿ ਉਦੋਂ ਵੀ ਤੁਸੀਂ ਮੰਨਿਆ ਕਿ ਭੀੜ ਭੜੱਕੇ 'ਚ ਨਿਕਲੇ ਹੋ, ਦੁਕਾਨਾਂ ਤੇ ਨਿਕਲੇ ਹੋ, ਤੁਸੀਂ ਪਾਓ, ਪਰ ਆਖਰ ਇੱਕੋ ਕਾਰ 'ਚ ਤੁਸੀਂ 2 ਜਣੇ ਬੈਠੇ ਨਾਲ, ਜੋ ਕਿ ਘਰ ਵਿੱਚ ਵੀ ਇਕੱਠੇ ਹੋ, ਕਮਰੇ 'ਚ ਇਕੱਠੇ ਹੋ, ਤਾਂ ਕਾਰ ਵਿੱਚ ਆਖਰ ਕਿਉਂ ਤੁਹਾਡੇ ਤੇ ਇਹ ਬੰਦਸ਼ਾਂ ਲੱਗ ਰਹੀਆਂ ਨੇ? ਦੂਸਰੀ, ਮਾਸਕ ਜ਼ਰੂਰ ਆਪਾਂ ਕੋਸ਼ਿਸ਼ ਕਰਿਆ ਕਿ ਅੱਜ ਕੱਲ ਤਾਂ ਮਾਸਕ ਨੂੰ ਵੀ ਵੈਸੇ ਉਹ ਕਰਨ ਲਈ ਸੈਨੀਟਾਈਜ਼, ਪਰ ਮੇਰਾ ਖਿਆਲ ਹੈ ਉਹ ਐਡੀ ਮਹਿੰਗੀ ਮਸ਼ੀਨ ਖਰੀਦਣ ਨਾਲੋਂ ਬਿਹਤਰ ਹੈ ਕਿ ਆਪਾਂ ਜੇ ਕੱਪੜੇ ਵਾਲਾ ਵੀ ਜੇ ਲਿਆ ਜੇ ਤਾਂ ਉਹਨੂੰ ਰੋਜ਼ ਘੱਟੋ ਘੱਟ ਤੁਸੀਂ 2 ਵਾਰ ਤਾਂ ਬਦਲ ਲਓ। ਜੇ 2 ਵਾਰ ਬਾਹਰ ਨਿਕਲੇ ਧੋਵੋ ਚੰਗੀ ਤਰ੍ਹਾਂ, ਧੁੱਪ ਜ਼ਰੂਰ ਲਗਾਓ। ਇਸੇ ਤਰ੍ਹਾਂ ਜੇ ਤੁਸੀਂ ਮਾਸਕ ਦੂਸਰਾ ਪਾਇਆ, ਜਿਵੇਂ ਸਾਡਾ ਜੋ ਡਾਕਟਰੀ ਵਾਲਾ ਜਿਹਨੂੰ ਕਹਿੰਦੇ ਨੇ ਸਰਜੀਕਲ ਮਾਸਕ, ਤਾਂ ਉਹਨੂੰ ਵੀ ਜ਼ਰੂਰ ਜੇ ਤੁਸੀਂ ਪਾਇਆ ਜੇ ਇਹਨੂੰ, ਤਾਂ ਜਾਂ ਤਾਂ ਚੰਗੀ ਤਿੱਖੀ ਧੁੱਪ ਵਿੱਚ ਰੱਖ ਕੇ ਅਗਲੇ ਦਿਨ ਵਰਤੋ, ਤੇ ਨਹੀਂ ਫਿਰ ਕੋਸ਼ਿਸ਼ ਕਰੋ ਵੀ ਇਹਨੂੰ ਡੇਲੀ ਚੇਂਜ ਕਰ ਲਿਆ ਜਾਵੇ ਤਾਂ ਠੀਕ ਹੈ। ਇਸੇ ਤਰ੍ਹਾਂ ਹੀ N95 ਮਾਸਕ ਵੀ ਤਿੱਖੀ ਧੁੱਪ ਲਵਾਓ, ਜਾਂ ਫਿਰ ਅੱਜ ਕੱਲ੍ਹ ਇਹ ਮਾਸਕ ਨੂੰ ਵੀ ਯਾਨੀ ਸਟਰਲਾਈਜ਼ ਕਰਨ ਦੀਆਂ ਛੋਟੀਆਂ ਮਸ਼ੀਨਾਂ ਆ ਚੁੱਕੀਆਂ, ਉਹਦੇ 'ਚ ਡੇਲੀ ਕਰ ਲਓ, ਨਹੀਂ ਫਿਰ ਇਹਨੂੰ ਬਦਲ ਲਓ ਤਾਂ ਬਿਹਤਰ ਹੈ, ਕਿਉਂਕਿ ਸੇਮ ਜਿਹੜਾ ਮਾਸਕ ਅਸੀਂ ਪਾਉਂਦੇ ਹਾਂ ਉਹ ਵੀ ਇਨਫੈਕਸ਼ਨ ਦਾ ਇੱਕ ਬੜਾ ਕਾਰਨ ਬਣਦਾ ਜਾ ਰਿਹਾ। ਜੀ ਜੀ ਜੀ। ਅੱਛਾ ਭੈਣ ਜੀ, ਹੁਣ ਆਪਾਂ ਦੂਜੇ ਪਾਸੇ ਆਈਏ। ਹੁਣ ਤੀਜੀ ਵੇਵ ਹੈ, ਬੱਚੇ ਵੀ ਸ਼ਿਕਾਰ ਹੋ ਰਹੇ ਨੇ। ਕਿਹੜੀ ਉਮਰ ਦੇ ਬੱਚੇ ਆਉਣੇ ਸ਼ੁਰੂ ਹੋ ਗਏ? ਜੀ ਗੱਲ ਕੀਤੀ ਸੀ ਹੈ, ਜੇ ਕੋਈ ਇੱਕ ਵੀ ਜਣਾ ਮੇਰੇ ਆਖੇ ਲੱਗ ਸਕਦਾ ਹੋਏ, ਮੰਨ ਸਕਦਾ ਹੋਏ, ਰੱਬ ਦਾ ਵਾਸਤਾ ਪਹਿਲਾਂ ਤਾਂ ਡਰੋ ਨਾ। ਇਹ ਡਰ ਦਾ, ਭੈ ਦਾ ਬਿਜ਼ਨਸ ਜਿਹੜਾ ਨਾ ਸਾਨੂੰ ਬਹੁਤ ਬੁਰੀ ਤਰ੍ਹਾਂ ਖਾ ਗਿਆ, ਡਰਾ ਗਿਆ। ਇੰਨੀ ਮੌਤ ਦਰ ਨਹੀਂ ਸੀ ਜਿੰਨੀ ਅਸੀਂ ਡਰ ਦੇ ਨਾਲ ਮੌਤ ਦੇ ਮੂੰਹ ਵਿੱਚ ਗਏ ਹਾਂ। ਸੋ ਪਹਿਲੀ ਚੀਜ਼ ਤਾਂ ਜੇ ਟੀਕਾਕਰਨ ਹੋ ਚੁੱਕੇ ਨੇ, ਜੋ ਕਿ ਅੱਗੋਂ ਹੁਣ ਉਹਦੇ 'ਚ ਵੀ ਕਿੰਨੀ ਦੇਰ ਇਹਨਾਂ ਨੇ ਅਸਰ ਰਹਿਣਾ ਜਾਂ ਕੀ ਹੋਣਾ ਤਾਂ ਰੱਬ ਹੀ ਜਾਣਦਾ। ਪਰ ਜੇ ਹੁਣ ਅਸੀਂ, ਕਿਉਂਕਿ ਜਾਂਦੀ ਪਈ ਇਹ ਵੇਵ ਦੇ ਨਾਲ ਇੱਕ ਵੱਖਰੀ ਕਿਸਮ, ਜਿਸ ਨੂੰ ਕਿ ਡੈਲਟਾ ਇਹਦੀ ਵੈਰਾਈਟੀ ਜਾਂ ਇੱਕ ਡੈਲਟਾ ਪਲੱਸ ਵੈਰਾਈਟੀ, 2 ਵੈਰਾਈਟੀਜ਼ ਜੋ ਇਹ ਕਹਿ ਰਹੇ ਨੇ ਕਿ ਬ੍ਰਿਟੇਨ ਦੇ ਵਿੱਚ ਲੱਭਣੀਆਂ ਸ਼ੁਰੂ ਹੋਈਆਂ ਨੇ। ਇਹਨਾਂ ਵਿਚਲੇ ਕੁਝ ਕੇਸ ਭਾਰਤ ਵਿੱਚ ਵੀ, ਖਾਸ ਤੌਰ ਤੇ ਕਰਨਾਟਕ ਤੇ ਇੱਧਰ ਮੁੰਬਈ ਵਿੱਚ, ਮੱਧ ਪ੍ਰਦੇਸ਼ 'ਚ ਇਹਨਾਂ ਨੇ ਇਸ ਵੇਲੇ ਡਾਕਟਰਸ ਨੇ ਦੱਸੇ ਨੇ, ਸਾਡੇ ਕੋਲ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਕਾਫੀ ਵੱਡੀ ਗਿਣਤੀ 'ਚ ਬੱਚੇ ਇਸ ਵੇਲੇ ਇਨਫੈਕਟ ਹੋ ਰਹੇ ਨੇ। ਪਰ ਮੈਂ ਚੀਜ਼ ਕਲੀਅਰ ਕਰਦਿਆਂ ਵੀ ਸਾਰੇ ਡਰਨ ਤੇ ਘਬਰਾ ਜਾਣ ਤੋਂ ਪਹਿਲੀ ਚੀਜ਼ ਕਿ ਬੱਚਿਆਂ ਵਿੱਚ ਡੈਥ ਰੇਟ ਬਹੁਤ ਜ਼ਿਆਦਾ ਘੱਟ ਜੇ। ਉਹਦਾ ਕਾਰਨ ਜੇ ACE2 ਰਿਸੈਪਟਰ ਸਾਡੇ ਜਿਨ੍ਹਾਂ ਦੇ ਨਾਲ ਇਹ ਵਾਇਰਸ ਚਿੰਬੜਦੀ ਹੈ, ਉਹ ਬੱਚਿਆਂ ਵਿੱਚ ਹੁੰਦੇ ਹੀ ਨਹੀਂ, ਨਾ ਬਰਾਬਰ ਨੇ। ਦੂਜੀ ਚੀਜ਼, ਬੱਚਿਆਂ ਨੂੰ ਮਾਂ ਵੱਲੋਂ ਮਿਲੀ ਇਮਿਊਨਿਟੀ ਉਹਨਾਂ ਨੂੰ ਪਹਿਲੇ 6 ਮਹੀਨੇ ਪੂਰਨ ਰੂਪ ਵਿੱਚ ਪ੍ਰੋਟੈਕਟ ਕਰ ਜਾਂਦੀ ਹੈ, ਉਹਨਾਂ ਨੂੰ ਬਚਾ ਦਿੰਦੀ ਹੈ। ਸਾਡੇ ਕੋਲ ਅਜੇ ਕੋਈ ਵੀ ਇੱਕ ਵੀ ਸਾਡੇ ਕੋਲ ਕੇਸ ਰਿਪੋਰਟ ਨਹੀਂ ਹੋਇਆ ਜਿਹੜਾ 6 ਮਹੀਨੇ ਦੇ ਵਿੱਚ ਸਿਰਫ ਕਰੋਨਾ ਕਰਕੇ ਮਰਿਆ ਹੋਏ। ਹਾਂ, ਹੋਰ ਕਾਰਨ ਹੋਇਆ ਹੋਵੇ ਕਿ ਜੰਮਣ ਸਮੇਂ ਆਕਸੀਜਨ ਨਹੀਂ ਪਹੁੰਚੀ ਜਾਂ ਕੋਈ ਜਮਾਂਦਰੂ ਨੁਕਸ ਹੋਣ, ਉਹਨਾਂ ਕਰਕੇ ਹੋ ਗਈ ਹੋਏ ਤੇ ਨਾਲ ਕੋਵਿਡ ਹੋਏ, ਗੱਲ ਵੱਖਰੀ ਹੈ, ਪਰ ਕਾਰਨ ਮੌਤ ਦਾ ਕਰੋਨਾ ਨਹੀਂ ਸੀ। ਜੀ। ਜਿੱਥੋਂ ਤੱਕ ਹੁਣ ਦੇ ਕੇਸ ਮੇਰੇ ਕੋਲ, ਮੇਰੇ ਵਾਰਡ ਵਿੱਚ 20 ਦਾਖਲ ਨੇ, ਉਹ ਅਸਲ 'ਚ ਜਿਹੜੇ ਕੇਸ ਆ ਰਹੇ ਨੇ ਸਾਡੇ ਕੋਲ ਉਹ ਟਿਪੀਕਲ ਕਰੋਨਾ ਦੇ ਨਹੀਂ ਹਨ। ਹੋਰ ਕੀ ਨੇ ਜੀ ਉਹ ਲੱਛਣ? ਜਿਵੇਂ ਲੱਛਣ ਕਰੋਨਾ ਦੇ ਜੋ ਵੱਡਿਆਂ 'ਚ ਸੀ ਉਹ ਵਾਲੇ ਲੱਛਣ ਵਾਲੇ ਨਹੀਂ ਹਨ। ਹੁਣ ਇਹ ਹੈ ਕਰੋਨਾ ਪੋਜ਼ਿਟਿਵ, ਪਰ ਇਹ ਲੱਛਣ ਆਉਂਦੇ ਨੇ ਕੱਲੀ ਢਿੱਡ ਪੀੜ, ਕਿਉਂਕਿ ਸ਼ਾਇਦ ਡਾਕਟਰ ਲਈ ਵੀ ਲੱਭਣੀ ਹੁਣ, ਕਿਉਂਕਿ ਸਾਡੇ ਕੋਲ ਦਾਖਲ ਹੋਏ ਮਰੀਜ਼ ਦਾ ਹਰ ਇੱਕ ਦਾ ਕਰਨਾ ਹੁੰਦਾ, ਉਸ ਕਰਕੇ ਕਈ ਤਾਂ ਪੋਜ਼ਿਟਿਵ ਆਏ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਨਹੀਂ ਸੀ। ਸੋ ਕੱਲੀਆਂ ਉਲਟੀਆਂ ਟੱਟੀਆਂ, ਕੱਲਾ ਪੇਟ ਦਰਦ, ਇਹ ਕੇਸ ਜੋ ਆ ਰਹੇ ਨੇ ਵੱਡੀ ਗਿਣਤੀ ਵਿੱਚ ਜੋ ਸ਼ੁਰੂ ਹੋਏ ਨੇ, ਜਿਨ੍ਹਾਂ ਵਿੱਚ ਦੌਰਾ ਪੈਣਾ, ਕਮਜ਼ੋਰੀ ਹੋਣੀ ਪਾਸੇ ਦੀ, ਜਾਂ ਫਿਰ ਤੁਸੀਂ ਨਜ਼ਰ ਘਟਣੀ, ਸੁਣਨਾ ਇੱਕਦਮ ਬੰਦ ਹੋ ਜਾਣਾ, ਇਹੋ ਜਿਹੇ ਕੁਛ ਵੱਖ ਕਿਸਮ ਦੇ ਜਿਨ੍ਹਾਂ 'ਚ ਦਾਣੇ ਨਿਕਲਣੇ, ਉਹ 20 ਕੇਸ
ਸਾਡੇ ਕੋਲ ਸਾਹਮਣੇ ਆਏ ਨੇ। ਹੁਣ ਜੀ। ਜਿਵੇਂ ਤੁਸੀਂ ਦੇਖਿਆ ਵੱਡਿਆਂ ਵਿੱਚ, ਪਰ ਇਹਨਾਂ ਵਿੱਚੋਂ ਅੱਛੀ ਗੱਲ ਇਹ ਹੈ ਕਿ ਇੱਕ ਵੀ ਅਜੇ ਤੱਕ ਸਾਡੇ ਕੋਲ, ਅੱਗੋਂ ਤਾਂ ਰੱਬ ਹੀ ਜਾਣਦਾ, ਪਰ ਅਜੇ ਤੱਕ ਦੇ ਆਏ ਕੇਸਾਂ ਵਿੱਚ ਮੌਤ ਨਹੀਂ ਹੋਈ। ਜੀ। ਪਰ ਇਹਨਾਂ ਵਿੱਚ ਇੱਕ ਗੱਲ ਜੇ ਕਿ ਇਹ ਆਪਣੇ ਹੀ ਘਰਾਂ ਵਿੱਚ ਵੱਡਿਆਂ ਨੂੰ ਜਾਂ ਬਜ਼ੁਰਗਾਂ ਨੂੰ ਜੋ ਸੀਰੀਅਸ ਨੇ ਬਿਮਾਰੀ ਦੇ ਜਾਂਦੇ ਨੇ, ਉਹਨਾਂ ਵਿੱਚ ਮੌਤ ਜ਼ਰੂਰ। ਜਿਵੇਂ ਸਾਡੇ ਕੋਲ ਇੱਕ ਬੱਚਾ ਦਾਖਲ ਸੀ, ਉਹਨੂੰ ਕੁਛ ਨਹੀਂ ਹੋਇਆ, ਡਿਸਚਾਰਜ ਹੋ ਗਿਆ, ਉਹਦੇ ਮਾਂ ਪਿਓ ਵੀ ਠੀਕ ਨੇ, ਪਰ ਉਸੇ ਘਰ ਵਿੱਚ ਦਾਦੀ ਦੀ ਡੈਥ ਹੋ ਗਈ ਤੇ ਦਾਦਾ ਜੀ ਉਹਨਾਂ ਦੇ ਸੀਰੀਅਸ ਨੇ, ਹੁਣ ਵੀ ਇਸ ਵੇਲੇ ਦਾਖਲ। ਸੋ ਮੈਂ ਕਹਿਣਾ ਇਹ ਚਾਹ ਰਹੀ ਹਾਂ ਕਿ ਬੱਚਿਆਂ ਤੋਂ ਸਗੋਂ ਵੱਡਿਆਂ ਨੂੰ ਚਲੀ ਜਾਂਦੀ ਹੈ ਇਨਫੈਕਸ਼ਨ, ਤੇ ਉਹਨਾਂ 'ਚ ਸਗੋਂ ਉਨੀ ਜੇ ਨਹੀਂ ਇਮਿਊਨਿਟੀ ਜਾਂ ਵੇਲੇ ਸਿਰ ਨਹੀਂ ਲੱਭ ਸਕੇ, ਕਿਉਂਕਿ ਘਰ 'ਚ ਸ਼ੱਕ ਹੀ ਕਿਸੇ ਨੂੰ ਨਹੀਂ ਸੀ ਕਿ ਹੋ ਵੀ ਸਕਦਾ। ਸੋ ਇਸ ਕਰਕੇ ਬੱਚਿਆਂ ਦਾ ਸਿਰਫ ਗੱਲ ਅਸੀਂ ਕਰ ਰਹੇ ਹਾਂ ਕਿ ਇਹਨਾਂ ਤੋਂ ਹੋਰ ਵੱਡਿਆਂ ਨੂੰ ਇਨਫੈਕਸ਼ਨ ਨਾ ਹੋ ਜਾਏ, ਉਹ ਨਾ ਐਟ ਰਿਸਕ ਚਲੇ ਜਾਣ। ਸੋ ਬੱਚਿਆਂ ਦਾ ਟੈਸਟ ਹੋ ਜਾਣਾ ਚਾਹੀਦਾ, ਯਾਨੀ ਇਹ ਕਾਰਨ ਸੀ। ਹੁਣ ਇਹਨਾਂ ਬੱਚਿਆਂ ਵਿੱਚ ਇੱਕ ਹੋਰ ਨਵੀਂ ਚੀਜ਼ ਦਿਸਣੀ ਸ਼ੁਰੂ ਹੋਈ, ਜੋ ਕਿ ਲਗਭਗ 20 ਕੁ ਸਾਲ ਪਹਿਲਾਂ ਤੋਂ ਹੀ ਇਹ ਬਿਮਾਰੀ ਸਾਡੇ ਨਜ਼ਰੀ ਆਈ ਸੀ, ਜਿਹਦੇ ਵਿੱਚ ਨਿੱਕੇ ਬੱਚੇ ਨੂੰ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋਈ ਅਸੀਂ ਵੇਖੀ। ਉਹ ਹੁਣ ਸੀ ਜਿਹਨੂੰ ਪਹਿਲਾਂ ਕਦੇ ਕੋਈ ਬਿਮਾਰੀ ਨਹੀਂ ਸੀ, ਪਰ ਇੱਕ ਬੁਖਾਰ ਚੜ੍ਹਨਾ, ਜਿਸ ਵਿੱਚ ਦਾਣੇ ਨਿਕਲ ਆਣੇ, ਜੋ ਕਿ ਰੈਸ਼ ਦੀ ਵਾਂਗ ਲਾਲੀ ਇੱਕਦਮ ਹੋ ਜਾਣੀ, ਹੱਥ ਪੈਰ ਤੋਂ ਚਮੜੀ ਉਤਰਨ ਲੱਗ ਜਾਣੀ, ਅੱਖਾਂ ਜਿਵੇਂ ਆਈਆਂ ਹੁੰਦੀਆਂ ਕੰਜੰਕਟਿਵਾਈਟਿਸ ਵਾਂਗ ਲਾਲ ਹੋ ਜਾਣੀਆਂ, ਬੁੱਲ ਲਾਲ ਹੋ ਜਾਣੇ, ਫਟ ਜਾਣੇ, ਜੀਭ ਬਿਲਕੁਲ ਟਮਾਟਰ ਵਰਗੀ ਲਾਲ ਹੋ ਜਾਣੀ। ਇਸ ਤਰ੍ਹਾਂ ਦੇ ਲੱਛਣ ਨੇ ਕੁਛ ਕਾਵਾਸਾਕੀ ਡਿਜ਼ੀਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਜਿਸ 'ਚ ਦਿਲ ਦੀ ਕੋਰਨਰੀ ਆਰਟਰੀ ਇੱਕਦਮ ਇਨਫਲੇਮ ਹੋ ਜਾਂਦੀ ਹੈ ਤੇ ਹਾਰਟ ਅਟੈਕ ਹੋ ਜਾਂਦਾ, ਉਹ ਨਸ 'ਚੋਂ ਖੂਨ ਜਾਣਾ ਬੰਦ ਹੋ ਜਾਂਦਾ। ਇਹ ਕੇਸਿਸ ਖਤਰਨਾਕ ਹੋ ਸਕਦੇ ਨੇ, ਜਿਹੜੇ ਕੇਸ ਬ੍ਰਿਟੇਨ 'ਚ ਵੀ ਰਿਪੋਰਟ ਹੋਏ ਨੇ, ਅਮਰੀਕਾ 'ਚ ਵੀ ਰਿਪੋਰਟ ਹੋਏ ਨੇ, ਸਾਡੇ ਇੱਥੇ ਮੁੰਬਈ 'ਚ ਵੀ ਰਿਪੋਰਟ ਹੋਏ ਨੇ, ਸਾਡੇ ਕੋਲ ਵੀ ਇਹ ਕੇਸ ਇੱਕ ਪਿਆ। ਪਰ ਵੇਲੇ ਸਿਰ ਜੇ ਇਹਦਾ ਇਲਾਜ ਸ਼ੁਰੂ ਹੋ ਜਾਏ ਤਾਂ ਇਹ ਬੱਚੇ ਬਚ ਜਾਂਦੇ ਨੇ। ਪਰ ਇਲਾਜ ਭਾਜੀ ਜ਼ਰਾ ਸਮਝ ਕੇ ਦੇਖੀਏ, IVIG ਇਹਦੀ ਟ੍ਰੀਟਮੈਂਟ ਹੈ, ਜੋ ਕਿ ਲਗਭਗ 1,20,000 ਦੇ ਕਰੀਬ ਇਹਦਾ ਖਰਚਾ ਪੈ ਜਾਂਦਾ ਹੈ। ਤੋ ਬੱਚੇ ਲਈ ਇਹ ਹੁਣ ਵੀ ਅਸੀਂ ਡੋਨੇਟ ਕਰਵਾ ਕੇ ਕਿਸੇ ਤੋਂ ਉਹਨੂੰ ਲਵਾਇਆ, ਉਹ ਬੱਚਾ ਬਚ ਗਿਆ। ਪਰ ਮੈਨੂੰ ਨਹੀਂ ਲੱਗਦਾ ਹਰ ਕਿਸੇ ਦੇ ਵੱਸ ਵਿੱਚ ਹੋਏਗਾ ਇੰਨੇ ਲੱਖਾਂ ਦਾ ਖਰਚਾ ਕਰਨਾ, ਤੇ ਕੋਈ ਇੱਕ ਵੀ ਨਹੀਂ ਹੋਏ, ਕਿਉਂਕਿ ਗਵਰਨਮੈਂਟ ਵੱਲੋਂ ਸਪਲਾਈ ਹੁੰਦੇ ਨਹੀਂ। ਤੇ ਜਿਉਂ ਹੀ ਲੱਗੇਗਾ ਕਿ ਬੱਚਿਆਂ 'ਚ ਇਹ ਕੇਸ ਵੱਧ ਆਉਣ ਲੱਗੇ ਨੇ, ਤੁਹਾਨੂੰ ਪਤਾ ਹੈ ਇਹੀ 1.5 ਲੱਖ ਦੀ ਥਾਂ ਤੇ 7 ਲੱਖ ਦਾ ਹੋ ਜਾਏਗਾ, ਜਿਵੇਂ ਆਕਸੀਜਨ ਸਿਲੰਡਰ ਨਾਲ ਹੋਇਆ। ਫਿਰ ਗਾਇਬ ਵੀ ਹੋ ਜਾਏਗਾ ਬਾਜ਼ਾਰ 'ਚੋਂ, ਤੇ ਉਸ ਤੋਂ ਬਾਅਦ ਜੋ ਵੀ ਹੋਏਗਾ ਅਸੀਂ ਸਾਹਮਣੇ ਦੇਖ ਚੁੱਕੇ ਹਾਂ। ਮੈਨੂੰ ਨਹੀਂ ਲੱਗਦਾ ਇੱਕ ਵੀ ਘਰ ਅਜਿਹਾ ਹੋਏਗਾ ਜਿਹੜਾ ਆਪਣਾ ਬੱਚੇ ਨੂੰ ਕਿਸੇ ਵੀ ਹਾਲ ਵਿੱਚ ਆਪਣੇ ਮੌਤ ਦੇ ਮੂੰਹ ਵਿੱਚ ਜਾਣਾ ਚਾਹੇਗਾ। ਹਰ ਗਰੀਬ ਤੋਂ ਗਰੀਬ ਵੀ ਪੂਰੀ ਵਾਹ ਲਾਏਗਾ ਕਿ ਮੈਨੂੰ ਇਹ ਮਿਲੇ। ਸੋ ਮੇਰੀ ਬੇਨਤੀ ਸਿਰਫ ਇਹ ਹੈ, ਇਹ ਬਿਮਾਰੀ ਕੋਈ ਇੰਨੀ ਕਾਮਨ ਨਹੀਂ ਕਿ ਹਰ ਬੱਚੇ ਨੂੰ ਹੋਏਗੀ। ਪਰ ਇੱਕ ਪਰ ਦਾ ਸ਼ਬਦ ਸਿਰਫ ਇਹ ਹੈ, ਮੈਂ ਕੋਈ ਡਰਾ ਨਹੀਂ ਰਹੀ, ਕੁਛ ਵੀ ਨਹੀਂ ਕਰ ਰਹੀ, ਇਹ ਵੇਵ ਆਉਣ ਤੋਂ ਵੀ ਰੋਕ ਸਕਦੇ ਹਾਂ, ਕੋਈ ਐਸੀ ਵੱਡੀ ਗੱਲ। ਸਿਰਫ ਬੇਨਤੀ ਇਹ ਹੈ ਕਿ ਆਪਾਂ ਭੀੜ ਭੜੱਕੇ ਤੋਂ ਬਚ ਜਾਈਏ, ਬਸ ਕੁਝ ਵੀ ਹੋਰ ਕਰਨ ਦੀ ਨਾ ਜਾਈਏ ਬਸ। ਹਾਂਜੀ ਵੀ ਅਸੀਂ ਬਾਹਰ ਬੇਲੋੜਾ ਨਾ ਨਿਕਲੀਏ, ਕਿਉਂਕਿ ਹੁਣ ਮੈਂ ਹਸਪੀਟਲ ਹੀ ਜਾਂਦੇ ਆ, ਰਸਤੇ 'ਚ ਦੇਖੀਦਾ ਠੇਕੇ ਦੇ ਬਾਹਰ ਇਸ ਤਰੀਕੇ ਭੀੜ ਭੜੱਕਾ ਹੁੰਦਾ ਕਿ 50-50 ਬੰਦੇ ਇੱਕ ਦੂਜੇ ਦੇ ਉੱਤੇ ਚੜੇ ਖੜੇ, ਕੋਈ ਮਾਸਕ ਨਹੀਂ, ਕੁਝ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਸੇ ਤਰ੍ਹਾਂ ਹੀ ਜੇ ਬਾਜ਼ਾਰ ਵਿੱਚ ਵੜੇ ਆ ਤਾਂ ਉਹ ਸਬਜ਼ੀ ਮੰਡੀ ਹੈ, ਤਾਂ ਕੋਈ ਐਸੀ ਥਾਂ ਨਹੀਂ ਜਿੱਥੇ ਅਸੀਂ ਕਿਸੇ ਵੀ ਪਾਸਿਓਂ ਕੁਝ ਸਬਕ ਲਿਆ ਹੋਵੇ ਕਿ ਇੰਨੀਆਂ ਮੌਤਾਂ ਹੁਣੇ ਹੋ ਕੇ ਹਟੀਆਂ ਨੇ। ਘੱਟੋ ਘੱਟ ਇਹ ਭੀੜ ਭੜੱਕਾ ਕਦੇ ਇੱਕ ਵਾਰ ਤਾਂ ਸਮਝ ਜਾਈਏ ਕਿ ਅਸੀਂ ਇਹਨੂੰ ਰੋਕਣਾ ਜੇ। ਵੇਵ ਨੂੰ ਤਾਂ ਇੱਕੋ ਇੱਕ ਤਰੀਕਾ ਹੈ ਕਿ ਇੱਕ ਤੋਂ ਹਿਊਮਨ ਬੀਇੰਗ ਤੋਂ ਦੂਜੇ ਹਿਊਮਨ ਬੀਇੰਗ ਤੱਕ ਟ੍ਰਾਂਸਫਰ ਰੋਕ ਸਕੀਏ, ਤਾਂ ਅਸੀਂ ਇਹ ਬਿਮਾਰੀ ਰੋਕ ਸਕਾਂਗੇ। ਜੀ ਸਵਾਲ ਲੈ ਲਈਏ ਸਵਾਲ ਲੈ ਲਈਏ ਜੀ। 92-164 ਤੇ ਆਉਣੇ ਰੋ ਜੀ। ਦਾਨੇ ਵਾਲੇ ਸਾਹਿਬ, ਭੈਣ ਚੰਦਰ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇੱਕ ਕੋਈ ਇਸ ਵਾਸਤੇ, ਜੇ ਕੋਈ ਅਸੀਂ ਜੋ ਮਾਸਕ ਵਾਸਤੇ ਭੈਣ ਜੀ ਦੱਸ ਰਹੇ ਨੇ ਜੀ, ਕਿ ਕੋਈ ਕਾਨੂੰਨ ਤੋਂ ਬਚਣ ਵਾਸਤੇ ਵੀ ਹੱਲ ਹੈਗਾ ਜੀ? ਬਿਮਾਰੀਆਂ ਦਾ ਤਾਂ ਭੈਣ ਜੀ ਦੱਸ ਦੇਣਗੇ, ਕਾਨੂੰਨ ਦਾ ਤਾਂ ਵਕੀਲ ਸਾਹਿਬ ਨੂੰ ਲਿਆਉਣਾ ਪਊ ਜੀ। ਨਹੀਂ, ਵਕੀਲ ਸਾਹਿਬ ਤਾਂ ਦੱਸ ਦੇਣਗੇ, ਕਿਉਂਕਿ ਜਦੋਂ ਪੁਲਿਸ ਵਾਲੇ ਘੇਰ ਲੈਂਦੇ ਆ ਜਾਂ ਕੋਈ ਹੋਰ ਘੇਰ ਲੈਂਦੇ ਆ ਜੀ, ਉਹਦੇ ਵਿੱਚ ਜਿਹੜੀ ਦਿੱਕਤ ਆਉਂਦੀ ਆ, ਅਸੀਂ ਤਾਂ ਉਸੇ ਵਾਸਤੇ ਕਹਿੰਦੇ, ਕਿਉਂਕਿ ਬਿਮਾਰੀਆਂ ਸਾਡੇ ਵਿੱਚੋਂ ਉਪਜਦੀਆਂ ਨੇ ਨਾ ਜੀ।
ਅਸੀਂ ਭੈਣ ਜੀ ਨੂੰ ਇਹੀ ਗੱਲ ਕਹਿੰਦੇ ਆ ਵੀ ਦੱਸੋ ਜੀ। ਕਿਉਂਕਿ ਇਹ ਕੋਈ ਆਪਦੇ ਜੀ ਜਰੀਏ ਜੀ ਕੋਈ ਗੱਲ ਮਿਹਰਬਾਨੀ ਜੀ। ਹਾਂਜੀ ਭੈਣ ਜੀ। ਜੀ ਬਹੁਤ ਸੋਹਣਾ ਸਵਾਲ, ਤੇ ਮੈਂ ਬਿਲਕੁਲ, ਮੈਂ ਸ਼ੁਕਰ ਹੈ ਕਿਸੇ ਨੇ ਸਵਾਲ ਪੁੱਛਿਆ, ਅਜੇ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਸੀ। ਜਿਵੇਂ ਭਾਜੀ ਨੇ ਕੀਤਾ ਕਿ ਵੀਰ ਨੇ ਕਿਹਾ ਕਿ ਵਕੀਲ ਨੂੰ ਲਿਆਵਾਂਗੇ, ਨਹੀਂ ਬਿਲਕੁਲ ਨਹੀਂ। ਮੈਂ ਦੱਸਦੀ ਹਾਂ ਇਲਾਜ ਇਹਦਾ ਇਹ ਹੈ, ਹਾਂਜੀ। ਆਪਣੇ ਪੁੱਤਰਾਂ ਧੀਆਂ ਨੂੰ ਤਿਆਰ ਕਰੋ, ਕਾਨੂੰਨ ਦੇ ਘਾੜੇ ਬਣਨ, ਤੇ ਇਹੋ ਜਿਹੇ ਬੇਤੁਕੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਖਤਮ ਕਰ ਦਈਏ। ਦੇਖੋ ਆਰ ਜਾਂ ਪਾਰ ਦੀ ਜੰਗ ਜੇ ਆਪਾਂ ਇੱਕ ਜ਼ਰਾ ਸਾਲ ਗਿਣ ਲਓ, ਕਿੰਨੇ ਸਾਲ ਦੇ ਆਪਾਂ ਕਹਿ ਰਹੇ ਹਾਂ ਸੋ ਕਾਲਡ ਆਜ਼ਾਦੀ ਲਈ ਜੇ, ਪਰ ਆਜ਼ਾਦੀ ਅਸੀਂ ਲਈ ਕਿੱਥੇ ਜੇ? ਅਸੀਂ ਤਾਂ ਕਾਲੇ ਅੰਗਰੇਜ਼ਾਂ ਦੇ ਅਧੀਨ ਬੈਠੇ ਹਾਂ, ਲੁੱਟੇ ਜਾ ਰਹੇ ਹਾਂ। 3 ਲੱਖ ਕਰੋੜ ਦਾ ਕਰਜ਼ਈ ਜੇ ਹਰ ਸਾਡਾ ਇਸ ਵੇਲੇ ਬੱਚਾ। ਜ਼ਰਾ ਕੁ ਸਮਝੀਏ ਕੀ ਕਰਨ ਦੀ ਲੋੜ ਹੈ। ਇਹ ਜਿਹੜੇ ਤੁਸੀਂ ਵੀ ਭਾਜੀ ਇਹੀ ਵਰਤਿਆ ਸੀ ਸ਼ਬਦ ਕਿ ਸਾਡੇ ਤੋਂ ਤਾਂ ਸਿਰਫ ਗੁਰਾਹੀ ਕੀਤੀ ਜਾ ਰਹੀ ਹੈ, ਪਰ ਸਵੇਰ ਤੋਂ ਸੁੱਤੇ ਉੱਠੇ ਤੋਂ ਲੈ ਕੇ ਰਾਤ ਤੱਕ ਜ਼ਰਾ ਅੰਦਾਜ਼ਾ ਲਾ ਲਿਓ। ਅਸੀਂ ਇੱਕੋ ਦਿਨ ਕੋਸ਼ਿਸ਼ ਕੀਤੀ ਸੀ ਕਿ ਘੱਟੋ ਘੱਟ 350 ਚੀਜ਼ਾਂ ਤਾਂ ਅਸੀਂ ਸਾਰੇ ਦਿਨ 'ਚ ਅਸੀਂ 350 ਚੀਜ਼ਾਂ ਤੇ ਟੈਕਸ ਤਾਂ ਇੱਕ ਔਸਤਨ ਬੰਦਾ ਦੇ ਰਿਹਾ, ਤਾਂ ਫਿਰ ਸਮਝ ਵੀ ਆਵੇ ਕਿ ਸਾਡਾ ਤਾਂ ਅਸੀਂ ਸਾਰਾ ਕੁਝ ਦਈ ਜਾਂਦੇ ਹਾਂ, ਪਰ ਵਰਤਿਆ ਕਿੱਥੇ ਜਾ ਰਿਹਾ? ਕਦੇ ਖਿਆਲ ਕੀਤਾ? ਅਸੀਂ ਜੀ ਜਨਾਬ ਵਾਲੇ ਜ਼ਰਾ ਖਿਆਲ ਕਰਿਓ ਕੀ ਇਹਨਾਂ ਸਰਕਾਰਾਂ ਨੇ, ਪੰਜਾਬ ਦੀਆਂ ਸਰਕਾਰਾਂ ਨੇ, ਜੋ ਕਿ ਬਾਕੀਆਂ 'ਚ ਨਹੀਂ ਹਨ, ਇਹ ਖਿਆਲ ਕਰ ਲਿਓ। ਤੁਸੀਂ ਅਮਰੀਕਾ ਕੈਨੇਡਾ ਜਾਂਦੇ ਹੋ, ਮੈਨੂੰ ਦੱਸ ਦਿਓ ਉੱਥੋਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਪ ਜਾਂਦੇ ਆਰਾਮ ਨਾਲ, ਪਰ ਅਸੀਂ 1.5 ਕਰੋੜ ਤੋਂ ਉੱਪਰ ਤਾਂ ਸਿਰਫ ਅਫਸਰੀ ਦੀ ਟੌਰ ਵਾਸਤੇ ਜੀ ਹਜ਼ੂਰੀ ਲਈ ਬੰਦੇ ਲਾਏ ਨੇ। ਇੱਕ ਸਕੱਤਰ ਦੇ ਇੱਕ ਤਾਂ 2 ਦਰਵਾਜ਼ੇ ਦੇ ਬਾਹਰ ਖੜੇ ਹੋਣਗੇ, ਇੱਕ ਅਰਦਲੀ ਉਹਦੇ ਘਰ ਖੜਾ ਹੋਏਗਾ, ਤੇ ਇੱਕ ਉਹਨੂੰ ਡਰਾਈਵਰ ਚਾਹੀਦਾ। ਤੇ ਮੈਨੂੰ ਸਮਝਾ ਦਿਓ ਕਿ ਉਹ ਆਖਰ ਕੀ ਜੇ ਕੀ ਕੀਤਾ? ਇੱਕ BA ਪਾਸ ਕਰਕੇ ਇੱਕ ਪੇਪਰ ਕਰ ਲਿਆ, ਤੇ ਕਿਉਂ ਉਹ ਇੱਕ ਸਾਡੇ ਉੱਤੇ ਲੱਦ ਦਿੱਤਾ ਗਿਆ ਜਿਹਦੇ ਕਿ ਪੈਟਰੋਲ ਦੇ ਖਰਚੇ ਤੇ ਵੀ, ਸਰਕਾਰੀ ਗੱਡੀ ਵੀ ਚਾਹੀਦੀ ਹੈ। ਕਿਉਂ ਉਹਨਾਂ ਕੋਲ ਆਪਣੀਆਂ ਗੱਡੀਆਂ ਘਰਾਂ ਵਿੱਚ ਖੜੀਆਂ ਨੇ? ਕਿਉਂ ਉਹਨਾਂ ਦੀਆਂ ਬੇਗਮਾਂ ਨੂੰ ਇਹੀ ਕਾਰਾਂ ਸਬਜ਼ੀ ਲਈ ਖਰੀਦਣ ਲਈ ਵੀ ਚਾਹੀਦੀਆਂ ਨੇ, ਇਹੀ ਉਹਨਾਂ ਦੇ ਬਾਜ਼ਾਰ ਜਾਣ ਲਈ ਚਾਹੀਦੀਆਂ ਨੇ, ਇਹੀ ਬੱਚਿਆਂ ਦੇ ਸਕੂਲ ਜਾਣ ਲਈ ਚਾਹੀਦੀਆਂ ਨੇ? ਆਖਰ ਬੱਸ ਵੀ ਕਰੋ ਲੁੱਟਣਾ। ਜੇ ਦਿੱਲੀ ਵਿੱਚ ਨਹੀਂ, ਹੋਰਨਾਂ ਸੂਬਿਆਂ 'ਚ ਨਹੀਂ, ਤਾਂ ਕਿਉਂ ਅਸੀਂ ਪੰਜਾਬ ਵਿੱਚ ਇਹ ਸਾਰਾ ਸਟੀਲ ਦਾ ਜੋ ਫਰੇਮਵਰਕ ਇਸ ਤਰੀਕੇ ਨੂੰ ਜੰਗ ਲਾ ਕੇ ਪੰਜਾਬ ਨੂੰ ਖਾਣ ਲੱਗ ਗਿਆ? ਇਹ ਭਾਈ ਸਾਹਿਬ ਜਿਹੜੇ ਵੀਰ ਨੇ ਇੱਕ ਸਵਾਲ ਕੀਤਾ, ਉਹਨਾਂ ਨੂੰ ਇਹੀ ਬੇਨਤੀ ਕਰਦੀ ਹਾਂ, ਆਪਣੇ ਪੁੱਤਰਾਂ ਧੀਆਂ ਨੂੰ ਕਹੋ ਕਿ ਆਓ ਤੁਸੀਂ ਸਿਆਸਤ ਵਿੱਚ ਤਬਦੀਲੀ ਲਿਆਓ, ਤੇ ਇਹ ਜਿਹੜਾ ਹੇਠਲਾ ਸਟੀਲ ਫਰੇਮ ਹੈ ਨਾ, ਇਹਨੂੰ ਤਬਦੀਲ ਕਰੋ। ਇਹ ਸਾਡੇ ਉੱਤੇ ਕਾਲੇ ਅੰਗਰੇਜ਼ ਨਾ ਬੈਠਣ। ਇਹ ਸਿਰਫ ਇਸ ਕਰਕੇ ਨੇ ਕਿ ਲੋਕਾਂ ਦੀ ਆਵਾਜ਼ ਸੁਣ ਸਕਣ, ਨਾ ਕਿ ਘਰਾਂ 'ਚ ਬੈਠੇ ਸਿਰਫ TV ਸਕਰੀਨਾਂ ਤੇ ਸਾਨੂੰ ਹੁਕਮ ਸੁਣਾਉਣਗੇ, ਤੇ ਸਾਡੇ ਬੱਚੇ ਉਸੇ ਤਰ੍ਹਾਂ ਸੜਕਾਂ ਤੇ ਇਹਨਾਂ ਤੋਂ ਜੁੱਤੀਆਂ ਖਾਣਗੇ, ਇਹਨਾਂ ਤੋਂ ਡਾਂਗਾ ਖਾਣਗੇ, ਪਾਣੀ ਦੀਆਂ ਬਛਾਰਾਂ ਖਾਣਗੇ। ਕਦੋਂ ਤੱਕ ਆਖਰ ਇਹ ਭੁੱਖੇ ਢਿੱਡੀ ਅਸੀਂ ਇਸੇ ਤਰ੍ਹਾਂ ਲੂਸਦੇ ਰਹਾਂਗੇ? ਕਦੇ ਤੱਕ ਕ੍ਰਾਂਤੀ ਲਿਆਉਣ ਦੀ ਸੋਚੀਏ, ਉੱਠੀਏ, ਤਬਦੀਲ ਕਰੀਏ ਸਾਰਾ ਸਿਸਟਮ, ਤਾਂ ਸਾਨੂੰ ਇਹੋ ਜਿਹੇ ਫਜ਼ੂਲ ਉਗਰਾਹੀ ਵਾਲੇ ਕੰਮਾਂ ਤੋਂ ਅਸੀਂ ਬਚ ਸਕਾਂਗੇ। ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੀ, ਸ਼ੁਕਰੀਆ, ਮਿਹਰਬਾਨੀ ਜੀ, ਧੰਨਵਾਦ ਜੀ। ਸੋ ਇਹ ਸੀ ਪ੍ਰੋਗਰਾਮ ਸ਼ਮਾਦਾਨ, ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਹੋਰ ਵੀ ਪ੍ਰੋਗਰਾਮ ਜਿਹੜੇ ਆ ਹੁਣ ਤੋਂ ਥੋੜ੍ਹੀ ਦੇਰ ਬਾਅਦ ਪ੍ਰੋਗਰਾਮ ਤੁਹਾਨੂੰ ਗੀਤ ਬਹਾਰ ਜਿਹੜਾ ਹੈ ਉਹ ਸੁਣਨ ਨੂੰ ਮਿਲੇਗਾ, ਤੇ ਤੁਸੀਂ ਇਸ ਵਿੱਚ ਜੁੜ ਸਕਦੇ ਹੋ। ਸਵੇਰੇ 7:30 ਵਜੇ ਆਪਣੇ ਵਿਚਾਰ ਰੱਖ ਸਕਦੇ ਹੋ। ਸੋ ਮੈਨੂੰ ਸਵਰਨ ਸਿੰਘ ਦਾਨੇ ਵਾਲੀਆਂ ਨੂੰ ਇਜਾਜ਼ਤ ਦਿਓ। ਸਾਡੇ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ ਇਹ ਜ਼ਰੂਰ ਦੱਸਣਾ।